ਕਈ ਵਾਰੀ ਨਾ ਸਭ ਤੋਂ ਵੱਡੇ ਵਿਚਾਰ ਕਿਸੇ ਯੂਨੀਵਰਸਿਟੀ ਜਾਂ ਵੱਡੀ ਲੈਬ 'ਚ ਨਹੀਂ, ਸਗੋਂ ਆਪਣੇ ਘਰ ਦੇ ਵਿਹੜੇ ਵਿੱਚ ਹੀ ਜਨਮ ਲੈਂਦੇ ਨੇ। ਅੱਜ ਆਪਾਂ ਇੱਕ ਅਜਿਹੀ ਹੀ ਪਰਿਵਾਰ ਦੇ ਕੰਮ ਤੇ ਝਾਤ ਪਾਵਾਂਗੇ ਜਿਨ੍ਹਾਂ ਨੇ ਆਪਣੇ ਫਾਰਮ ਨੂੰ ਪੂਰੇ 50 ਸਾਲਾਂ ਲਈ ਇੱਕ ਜਿਉਂਦੀ ਜਾਗਦੀ ਅਸਲ ਸੰਸਾਰ ਦੀ ਲੈਬ 'ਚ ਬਦਲ ਦਿੱਤਾ। ਤਾਂ ਚਲੋ ਇਸ ਦਿਲਚਸਪ ਪ੍ਰਯੋਗ ਦੀਆਂ ਪਰਤਾਂ ਨੂੰ ਖੋਲ੍ਹਦੇ ਹਾਂ। ਤੇ ਇਹੀ ਉਹ ਸਵਾਲ ਹੈ ਜਿਸ ਦੇ ਆਲੇ-ਦੁਆਲੇ ਇਹ ਸਾਰੀ ਕਹਾਣੀ ਘੁੰਮਦੀ ਏ। ਮਤਲਬ ਇੱਕ ਅਜਿਹਾ ਵਿਚਾਰ ਜਿੱਥੇ ਇੱਕ ਫਾਰਮ ਸਿਰਫ ਜ਼ਮੀਨ ਦਾ ਇੱਕ ਟੁਕੜਾ ਨਾ ਹੋਵੇ, ਸਗੋਂ ਇੱਕ ਕਹਿ ਲਓ ਟ੍ਰਾਂਸਲੇਸ਼ਨਲ ਫੇਜ਼ ਲੈਬ ਬਣ ਜਾਵੇ। ਸੌਖੇ ਸ਼ਬਦਾਂ 'ਚ ਇੱਕ ਅਜਿਹੀ ਥਾਂ ਜਿੱਥੇ ਰੋਜ਼ਮਰਾ ਦੇ ਤਜਰਬਿਆਂ ਨੂੰ ਵੱਡੇ ਸਿਧਾਂਤਾਂ ਵਿੱਚ ਢਾਲਿਆ ਜਾਂਦਾ ਹੋਵੇ। ਤਾਂ ਫਿਰ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਇਸ ਜੀਵਤ ਪ੍ਰਯੋਗਸ਼ਾਲਾ ਵਿੱਚੋਂ ਨਿਕਲਿਆ ਕੀ, ਕਿਉਂਕਿ ਗੱਲ ਸਿਰਫ ਵਿਚਾਰਾਂ ਦੀ ਨਹੀਂ ਸੀ, ਬਲਕਿ ਠੋਸ ਚੀਜ਼ਾਂ ਦੀ ਤੇ ਉਸ ਭਾਈਚਾਰਕ ਸਾਂਝ ਦੀ ਵੀ ਸੀ ਜੋ ਉੱਥੇ ਪੈਦਾ ਹੋਈ। ਤਾਂ ਦੇਖੋ, ਇਹ ਸਾਰਾ ਸਿਲਸਿਲਾ 1970 ਵਿੱਚ ਸ਼ੁਰੂ ਹੋਇਆ ਤੇ 2006 ਤੱਕ ਚੱਲਿਆ, ਮਤਲਬ ਪੂਰੇ 36 ਸਾਲ। ਇੰਨੇ ਲੰਬੇ ਸਮੇਂ ਤੱਕ ਇਹ ਫਾਰਮ ਸਿਰਫ ਕੰਮ ਕਰਨ ਦੀ ਥਾਂ ਨਹੀਂ, ਸਗੋਂ ਪਰਿਵਾਰਿਕ ਜੀਵਨ ਦਾ ਧੁਰਾ ਬਣਿਆ ਰਿਹਾ। ਇੱਕ ਫਾਰਮ ਤੋਂ ਕਿਤੇ ਵੱਧ ਕੇ ਸੀ, ਇਹ ਇੱਕ ਪੂਰਾ ਜੀਵਨ ਢੰਗ ਸੀ, ਇੱਕ ਮੁਕੰਮਲ ਈਕੋਸਿਸਟਮ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਪਤਾ ਕੀ ਸੀ? ਉੱਥੇ ਬਣਨ ਵਾਲੀਆਂ ਚੀਜ਼ਾਂ ਦੀ ਲੰਬੀ ਲਿਸਟ। ਗੱਲ ਸਿਰਫ ਦੁੱਧ ਤੱਕ ਨਹੀਂ ਸੀ ਰੁਕੀ। ਸੋਚ ਕੇ ਦੇਖੋ, ਖੋਇਆ, ਬਰਫੀ, ਗਜਰਪਾਕ ਵਰਗੀਆਂ ਮਿਠਾਈਆਂ ਤੇ ਦੂਜੇ ਪਾਸੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵਰਗੇ ਰਵਾਇਤੀ ਪਕਵਾਨ। ਤੇ ਇਹ ਸਭ ਕੁਝ ਪੱਕਦਾ ਸੀ ਮਿੱਟੀ ਦੇ ਚੁੱਲ੍ਹੇ ਦੀ ਮਿੱਠੀ ਅੱਗ ਤੇ। ਇਹ ਇਸ ਫਾਰਮ ਦੀ ਆਤਮ ਨਿਰਭਰਤਾ ਦੀ ਜਿਉਂਦੀ ਜਾਗਦੀ ਮਿਸਾਲ ਸੀ, ਹੋਰ ਕੀ ਸੀ? ਤੇ ਹਾਂ, ਇਹ ਭੋਜਨ ਸਿਰਫ ਪਰਿਵਾਰ ਲਈ ਨਹੀਂ ਸੀ। ਇਸ ਫਾਰਮ ਦੀ ਅਸਲ ਰੂਹ ਤਾਂ ਲੰਗਰ ਦੀ ਭਾਵਨਾ ਵਿੱਚ ਵਸਦੀ ਸੀ। ਇੱਕ ਖੁੱਲੀ ਰਸੋਈ ਸਭ ਦੇ ਲਈ। ਰਿਵਾਇਤੀ ਯੂਨੀਵਰਸਿਟੀਆਂ ਤੋਂ ਕਈ ਲੋਕ ਤੇ ਜੱਥਿਆਂ ਦੇ ਜੱਥੇ ਇੱਥੇ ਆਉਂਦੇ ਸਨ ਤੇ ਇਸ ਭੋਜਨ ਨੂੰ ਪ੍ਰਸ਼ਾਦ ਸਮਝ ਕੇ ਛਕਦੇ ਸਨ। ਇਹ ਗੱਲ ਤਾਂ ਸੁਣ ਕੇ ਹੀ ਹੈਰਾਨੀ ਹੁੰਦੀ ਹੈ ਨਾ। ਇਹ ਫਾਰਮ ਦੇ ਮਾਹੌਲ ਦੀ ਬਿਲਕੁਲ ਸਹੀ ਤਸਵੀਰ ਖਿੱਚਦੀ ਏ। ਮਤਲਬ ਇਹ ਸਿਰਫ ਕੋਈ ਉਤਪਾਦਨ ਕੇਂਦਰ ਨਹੀਂ ਸੀ, ਸਗੋਂ ਇੱਕ ਅਜਿਹੀ ਜਾਦੂਈ ਥਾਂ ਸੀ ਜਿੱਥੇ ਵੱਖ-ਵੱਖ ਜਾਨਵਰ ਬਿਨਾਂ ਕਿਸੇ ਵੈਰ ਵਿਰੋਧ ਦੇ ਸ਼ਾਂਤੀ ਨਾਲ ਇਕੱਠੇ ਰਹਿੰਦੇ ਸਨ। ਸੱਚੀ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਬਕ ਏ। ਅੱਛਾ, ਤਾਂ ਹੁਣ ਥੋੜਾ ਜਿਹਾ ਇਸ ਫਾਰਮ ਦੇ ਪਿੱਛੇ ਦੀ ਸੋਚ ਨੂੰ ਸਮਝਦੇ ਹਾਂ, ਕਿਉਂਕਿ ਇਹ ਸਾਰਾ ਕੁਝ ਸਿਰਫ ਕੰਮਕਾਜ ਬਾਰੇ ਨਹੀਂ ਸੀ। ਇਸ ਦੇ ਪਿੱਛੇ ਇੱਕ ਬਹੁਤ ਡੂੰਘੀ ਨੈਤਿਕਤਾ ਤੇ ਦੇਖਭਾਲ ਦਾ ਇੱਕ ਪੂਰਾ ਫਲਸਫਾ ਸੀ। ਇਹ ਜਿਹੜਾ ਵਾਕਾਸ਼ ਹੈ ਨਾ, ਗਰਭ ਤੋਂ ਕਬਰ ਤੱਕ, ਇਹ ਪਸ਼ੂਆਂ ਦੀ ਭਲਾਈ ਲਈ ਪਰਿਵਾਰ ਦੇ ਸਮਰਪਣ ਨੂੰ ਬਹੁਤ ਖੂਬਸੂਰਤੀ ਨਾਲ ਬਿਆਨ ਕਰਦਾ ਹੈ। ਸੋਚੋ, ਪੂਰੇ 36 ਸਾਲਾਂ ਦੀ ਲਗਾਤਾਰ ਦੇਖਭਾਲ, ਜੋ ਜਾਨਵਰਾਂ ਦੀ ਇੱਕ ਪੀੜ੍ਹੀ ਨਹੀਂ ਸਗੋਂ ਕਈ ਪੀੜ੍ਹੀਆਂ ਤੱਕ ਚੱਲੀ। ਤੇ ਇਹ ਦੇਖਭਾਲ ਸਿਰਫ ਰੋਟੀ ਪਾਣੀ ਤੱਕ ਹੀ ਨਹੀਂ ਸੀ। ਇਸ ਦਾ ਮਤਲਬ ਸੀ ਜਾਨਵਰਾਂ ਦੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਖੁਦ ਸ਼ਾਮਿਲ ਹੋਣਾ, ਬੱਚਿਆਂ ਦੇ ਜਨਮ ਵੇਲੇ ਮਦਦ ਕਰਨ ਤੋਂ ਲੈ ਕੇ ਦੁੱਧ ਚੋਣ ਤੱਕ, ਤੇ ਇੱਥੋਂ ਤੱਕ ਕਿ ਡਾਕਟਰਾਂ ਦੀ ਸਲਾਹ ਨਾਲ ਦਵਾਈਆਂ ਦੇਣਾ ਤੇ ਟੀਕੇ ਲਗਾਉਣਾ ਵੀ। ਇਹ ਉਹਨਾਂ ਦੀ ਭਲਾਈ ਲਈ ਇੱਕ ਡੂੰਘੀ, ਨਾ ਟੁੱਟਣ ਵਾਲੀ ਵਚਨਬੱਧਤਾ ਸੀ। ਹੱਦ ਤਾਂ ਹੈ ਕਿ 2006 ਤੋਂ ਬਾਅਦ ਵੀ ਨਵਾਂ ਕਰਨ ਦਾ ਇਹ ਜਜ਼ਬਾ ਰੁਕਿਆ ਨਹੀਂ। ਪਰਿਵਾਰ ਦੀ ਮਾਂ ਨੇ ਕੱਪੜੇ ਬਣਾਉਣ ਦਾ ਇੱਕ ਬਿਲਕੁਲ ਨਵਾਂ ਤਰੀਕਾ ਸ਼ੁਰੂ ਕੀਤਾ। ਪਤਾ ਕੀ, ਉਹਨਾਂ ਨੇ ਮੀਟਰਾਂ ਨਾਲ ਮਿਣਨ ਦੀ ਬਜਾਏ ਤੋਲ ਕੇ, ਯਾਨੀ ਭਾਰ ਦੇ ਹਿਸਾਬ ਨਾਲ ਕੱਪੜੇ ਬਣਾਉਣੇ ਸ਼ੁਰੂ ਕੀਤੇ। ਇਹ ਵੀ ਇੱਕ ਕਮਾਲ ਦੀ ਨਵੀਨਤਾ ਸੀ ਜੋ ਉਸੇ ਭਾਵਨਾ ਨੂੰ ਦਰਸਾਉਂਦੀ ਸੀ ਜੋ ਫਾਰਮ ਤੇ ਸੀ, ਕੁਦਰਤੀ ਤੇ ਸਰੀਰ ਦੇ ਅਨੁਕੂਲ ਚੀਜ਼ਾਂ ਬਣਾਉਣਾ। ਇਸ ਤਰ੍ਹਾਂ ਇਹ ਵਿਰਾਸਤ ਇੱਕ ਨਵੇਂ ਰੂਪ ਵਿੱਚ ਅੱਗੇ ਵੱਧਦੀ ਰਹੀ। ਤਾਂ ਸਵਾਲ ਇਹ ਉੱਠਦਾ ਹੈ ਕਿ ਇਹ ਸਾਰਾ ਅਮਲੀ ਤਜਰਬਾ, ਖੇਤੀਬਾੜੀ, ਪਸ਼ੂ ਪਾਲਣ, ਭਾਈਚਾਰਕ ਸਾਂਝ, ਇੱਕ ਫਿਲਾਸਫੀ, ਇੱਕ ਸਿਧਾਂਤ ਵਿੱਚ ਕਿਵੇਂ ਬਦਲ ਗਿਆ? ਖੈਰ, ਇੱਥੋਂ ਹੀ ਕਹਾਣੀ ਇੱਕ ਬਹੁਤ ਹੀ ਦਿਲਚਸਪ ਮੋੜ ਲੈਂਦੀ ਹੈ। ਇਸ ਸਿਧਾਂਤ ਨੂੰ ਨਾਮ ਦਿੱਤਾ ਗਿਆ ਫਿਲਸਫੋਲੋਜੀ। ਇਹ 3 ਸ਼ਬਦਾਂ ਦਾ ਮੇਲ ਹੈ। ਫਿਲਾਸਫੀ, ਸੈਲਫ ਯਾਨੀ ਸਾਡਾ ਆਪਣਾ ਆਪ, ਅਤੇ ਓਲੋਜੀ ਮਤਲਬ ਵਿਗਿਆਨ। ਪਰ ਇਹਨਾਂ ਤਿੰਨਾਂ ਨੂੰ ਆਪਸ ਵਿੱਚ ਜੋੜਦਾ ਕੀ ਹੈ? ਉਹ ਹੈ ਸਾਈਮੈਟਿਕਸ, ਜਿਸ ਨੂੰ ਆਪਾਂ ਕੰਪਨ ਜਾਂ ਵਾਈਬ੍ਰੇਸ਼ਨ ਦਾ ਵਿਗਿਆਨ ਕਹਿ ਸਕਦੇ ਹਾਂ। ਵਿਚਾਰ ਬੜਾ ਸੌਖਾ ਹੈ। ਜਿਵੇਂ ਫਾਰਮ ਤੇ ਹਰ ਚੀਜ਼ ਇੱਕ ਤਾਲ ਵਿੱਚ ਚੱਲਦੀ ਸੀ, ਫਸਲਾਂ, ਜਾਨਵਰ, ਰੋਜ਼ ਦੇ ਕੰਮ, ਉਸੇ ਤਰ੍ਹਾਂ ਸਾਡੇ ਅੰਦਰ ਦੀ ਦੁਨੀਆ ਵੀ ਵਾਈਬ੍ਰੇਸ਼ਨ ਤੇ ਹੀ ਚੱਲਦੀ ਹੈ। ਬਸ ਇਹੀ ਉਹ ਪੁਲ ਹੈ ਜੋ ਫਾਰਮ ਦੇ ਤਜਰਬੇ ਨੂੰ ਜ਼ਿੰਦਗੀ ਦੇ ਇੱਕ ਵੱਡੇ ਫਲਸਫੇ ਨਾਲ ਜੋੜਦਾ ਹੈ। ਤੇ ਇਹ ਸਫ਼ਰ ਬਿਲਕੁਲ ਸਟੈਪ ਬਾਈ ਸਟੈਪ ਅੱਗੇ ਵਧਿਆ। ਪਹਿਲਾ ਕਦਮ ਸੀ ਫਾਰਮ ਤੇ ਹੱਥੀਂ ਕੰਮ ਕਰਕੇ ਸਿੱਖਣਾ। ਫਿਰ ਦੂਜਾ ਕਦਮ ਆਇਆ 1995 ਤੋਂ ਬਾਅਦ, ਜਦੋਂ ਇਹੀ ਸਿੱਖਿਆ ਸਕਾਊਟਿੰਗ ਤੇ ਸਮਾਜ ਸੇਵਾ 'ਚ ਵਰਤੀ ਗਈ। ਤੇ ਅਖੀਰ ਵਿੱਚ ਇਹਨਾਂ ਸਾਰੇ ਤਜਰਬਿਆਂ ਨੂੰ ਇਕੱਠਾ ਕਰਕੇ ਇੱਕ ਪੂਰਾ ਦਾਰਸ਼ਨਿਕ ਸਿਸਟਮ ਤਿਆਰ ਹੋਇਆ। ਪਰ ਰੁਕੋ, ਕਹਾਣੀ ਇੱਥੇ ਖਤਮ ਨਹੀਂ ਹੋਈ। ਇਹ ਸਾਰਾ ਪ੍ਰਯੋਗ ਸਿਰਫ ਇਤਿਹਾਸ ਦਾ ਹਿੱਸਾ ਨਹੀਂ ਬਣਿਆ, ਸਗੋਂ ਇਹ ਅੱਜ ਵੀ ਇੱਕ ਜੀਵਿਤ ਪ੍ਰੋਜੈਕਟ ਹੈ ਜੋ ਲਗਾਤਾਰ ਵੱਧ ਫੁੱਲ ਰਿਹਾ ਹੈ ਤੇ ਇਸ ਦੇ ਭਵਿੱਖ ਲਈ ਬਹੁਤ ਵੱਡੇ ਪਲਾਨ ਹਨ। ਇਸ ਟਾਈਮਲਾਈਨ ਨੂੰ ਦੇਖੋ ਜ਼ਰਾ।
1970 ਵਿੱਚ ਇੱਕ ਪਰਿਵਾਰਿਕ ਡੇਅਰੀ ਫਾਰਮ ਤੋਂ ਸ਼ੁਰੂਆਤ ਹੋਈ, 1995 ਵਿੱਚ ਸਕਾਊਟਿੰਗ ਕੈਂਪ ਲੱਗਿਆ ਤੇ ਹੁਣ 2024 ਵਿੱਚ ਇੱਕ ਪੂਰੀ ਰਿਸਰਚ ਐਂਡ ਡਿਵੈਲਪਮੈਂਟ ਯੂਨੀਵਰਸਿਟੀ ਬਣਾਉਣ ਦਾ ਪ੍ਰਸਤਾਵ ਹੈ। ਇਹ ਦੱਸਦਾ ਹੈ ਕਿ ਕਿਵੇਂ ਇੱਕ ਛੋਟਾ ਜਿਹਾ ਬੀਜ ਇੱਕ ਵੱਡਾ ਦਰਖਤ ਬਣ ਸਕਦਾ ਹੈ। ਇਹ ਲਗਾਤਾਰ ਅੱਗੇ ਵਧਣ ਦੀ ਕਹਾਣੀ ਹੈ। ਤੇ ਅੱਜ ਇਸ ਵਿਰਾਸਤ ਨੂੰ ਨਾ ਸਿਰਫ ਪਰਿਵਾਰ ਬਲਕਿ ਦੋਸਤ ਤੇ ਦੂਰ-ਦੁਰਾੜੇ ਬੈਠੇ ਭਾਈਚਾਰੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਜ਼ਿੰਦਾ ਰੱਖ ਰਹੇ ਨੇ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਵਿੱਚ ਪੁਰਾਣੀ ਸਿਆਣਪ ਨੂੰ ਨਵੀਂ ਮਾਡਰਨ ਰਿਸਰਚ ਨਾਲ ਮਿਲਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਕਰਦੀਆਂ ਬਣੀਆਂ ਚੀਜ਼ਾਂ ਲਈ ਕਲੀਨਿਕਲ ਟ੍ਰਾਇਲਾਂ ਦਾ ਵੀ ਪ੍ਰਸਤਾਵ ਹੈ। ਤਾਂ ਗੱਲ ਇਹ ਹੈ ਕਿ ਜੜ੍ਹਾਂ ਨੂੰ ਨਹੀਂ ਭੁੱਲਣਾ ਪਰ ਭਵਿੱਖ ਵੱਲ ਵੀ ਦੇਖਣਾ ਹੈ। ਅਖੀਰ ਵਿੱਚ ਇਹ ਸਾਰੀ ਕਹਾਣੀ ਸਾਨੂੰ ਇੱਕ ਬਹੁਤ ਡੂੰਘੇ ਸਵਾਲ ਦੇ ਨਾਲ ਛੱਡ ਜਾਂਦੀ ਹੈ। ਜੇ ਇੱਕ ਪਰਿਵਾਰਿਕ ਫਾਰਮ ਇੱਕ ਪੂਰੇ ਫਲਸਫੇ ਨੂੰ ਜਨਮ ਦੇ ਸਕਦਾ ਹੈ ਤਾਂ ਫਿਰ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਆਪਣੇ ਰੋਜ਼ਾਨਾ ਦੇ ਤਜਰਬੇ ਕਿਹੜੀਆਂ-ਕਿਹੜੀਆਂ ਨਵੀਆਂ ਖੋਜਾਂ ਨੂੰ ਜਨਮ ਦੇ ਸਕਦੇ ਨੇ। ਹੈ ਨਾ ਸੋਚਣ ਵਾਲੀ ਗੱਲ।